नौवीं पातशाही श्री गुरु तेग बहादुर साहब ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਉਸੇ ਸੰਬੰਧ ਵਿੱਚ ਇਹ ਐਪੀਸੋਡ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹਾਂ। ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਜਿਵੇਂ ਤੁਸੀਂ ਜਾਣਦੇ ਹੋ, ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੇ 9ਵੇਂ ਵਾਰਿਸ ਸਨ, 9ਵੇਂ ਪਾਤਸ਼ਾਹ। ਆਪ ਜੀ ਦਾ ਪ੍ਰਕਾਸ਼ ਵਡ ਯੋਧਾ व ਪਰਉਪਕਾਰੀ, ਮੀਰੀ ਪੀਰੀ ਦੇ ਮਾਲਕ, ਭਗਤੀ ਤੇ ਸ਼ਕਤੀ ਦੇ ਪ੍ਰਤੀਕ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਅੰਮ੍ਰਿਤਸਰ ਵਿੱਚ ਹੋਇਆ। ਉੱਥੇ ਗੁਰੂ ਕੇ ਮਹਿਲ ਗੁਰਦੁਆਰਾ ਥੜਾ ਸਾਹਿਬ ਬਣਿਆ ਹੋਇਆ ਅਤੇ ਇਹਨਾਂ ਦਾ ਪਹਿਲਾ ਨਾਂ ਸੀ, ਬਚਪਨ ਦਾ ਨਾਂ ਤਿਆਗਮੱਲ। ਇਹ ਫਿਰ ਤੇਗ ਬਹਾਦਰ ਨਾਂ ਕਿਵੇਂ ਪਿਆ, ਇਹ ਤੁਹਾਨੂੰ ਦੱਸਦੇ। ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੋ ਗਈ, ਪਹਿਲੀ ਵਾਰੀ ਖਾਲਸਾ ਫੌਜ ਦਾ ਨਿਰਮਾਣ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਕੀਤਾ। ਅਤੇ ਜਦੋਂ ਉਹ ਫਿਰ ਚੰਗੀ ਸੈਨਾ ਤਿਆਰ ਹੋ ਗਈ, ਫਿਰ ਬਾਦਸ਼ਾਹ ਨੂੰ ਲੂਤੀ ਲਾਈ ਕਿਸੇ ਨੇ। ਬਾਦਸ਼ਾਹ ਜਿਹੜਾ ਉਸ ਵਕਤ ਦਾ ਸੀ ਜਹਾਂਗੀਰ, ਉਹਦੇ ਨਾਲ ਫਿਰ ਜੰਗ ਹੋਏ ਗੁਰੂ ਸਾਹਿਬ ਦੇ 4 ਜੰਗ। ਸ਼੍ਰੀ ਹਰਗੋਬਿੰਦ ਸਾਹਿਬ ਨੇ ਜਿਹੜਾ ਜੰਗ ਲੜਿਆ, ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼੍ਰੀ ਹਰਗੋਬਿੰਦਪੁਰਾ, ਇਹ ਨਗਰ ਉਹਨਾਂ ਨੇ ਵਸਾਇਆ ਸੀ। ਔਰ ਐਡੇ ਸੈਕੂਲਰ ਗੁਰੂ ਸਨ। ਉੱਥੇ ਦੇ ਮੁਸਲਮਾਨਾਂ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ, ਸਾਡੇ ਕੋਲ ਨਮਾਜ਼ ਪੜ੍ਹਨ ਲਈ ਕੋਈ ਜਗ੍ਹਾ ਨਹੀਂ। ਅਤੇ ਗੁਰੂ ਸਾਹਿਬ ਨੇ ਨਮਾਜ਼ ਪੜ੍ਹਨ ਲਈ ਉਹਨਾਂ ਨੂੰ ਮਸੀਤ ਬਣਾ ਕੇ, ਜਿਹਨੂੰ ਗੁਰੂ ਕੀ ਮਸੀਤ ਕਿਹਾ ਜਾਂਦਾ, ਗੁਰੂ ਹਰਗੋਬਿੰਦ ਸਾਹਿਬ ਨੇ। ਅਤੇ ਇਹਦਾ ਸਾਰਾ ਪ੍ਰਭਾਵ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਤੇ ਸੀ, ਉਹਨਾਂ ਦੀ ਸ਼ਖਸੀਅਤ 'ਤੇ, ਕਿ ਦੂਜਿਆਂ ਦੀ ਖਾਤਰ ਕੁਝ ਕਰਨਾ ਚਾਹੀਦਾ। ਅਤੇ ਉਹਨਾਂ ਜੰਗਾਂ ਵਿੱਚ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੱਸਾ ਲਿਆ। ਪਰ ਜਦੋਂ ਜਿਹੜੀ ਆਖਰੀ ਅਤੇ ਫੈਸਲਾ ਕੁਨ ਵੱਡੀ ਜੰਗ ਹੋਈ ਹੈ, ਉਹ ਅੰਮ੍ਰਿਤਸਰ ਜਲੰਧਰ ਜਰਨੈਲੀ ਸੜਕ 'ਤੇ ਜਿਹੜਾ ਇਤਿਹਾਸਕ ਕਸਬਾ ਹੈ, ਜਿਹਨੂੰ ਗੁਰੂ ਅਰਜਨ ਦੇਵ ਜੀ ਨੇ ਵਸਾਇਆ, ਇਹ ਘੁੱਗਵਸਤਾ ਸ਼ਹਿਰ ਹੈ, ਕਰਤਾਰਪੁਰ ਸਾਹਿਬ। ਇਸ ਜੰਗ ਵਿੱਚ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਗੁਰੂ ਸਾਹਿਬ ਵਹਿੰਦੇ ਸਨ ਸਾਰੀ ਜੰਗ। ਪੈਂਦੇ ਖਾਂ ਜਰਨੈਲ ਜਿਹੜਾ ਸੀ ਉਹਨਾਂ ਦਾ, ਉਹ ਵੀ ਉਲਟ ਹੋ ਕੇ ਗੁਰੂ ਸਾਹਿਬ ਦੇ ਖਿਲਾਫ ਲੜਿਆ ਅਤੇ ਮੁਕਤੀ ਪ੍ਰਾਪਤ ਕੀਤੀ ਗੁਰੂ ਸਾਹਿਬ ਦੇ ਹੱਥੋਂ। ਉਸ ਜੰਗ ਦੌਰਾਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੇਖਦੇ, ਗੁਰੂ ਤੇਗ ਬਹਾਦਰ ਤਾਂ ਬਾਅਦ 'ਚ ਨਾਂ ਪਿਆ ਨਾ, ਤਿਆਗਮੱਲ ਨੂੰ ਵੇਖਦੇ ਸਨ ਤਲਵਾਰ ਦੇ ਜੌਹਰ ਦਿਖਾਉਂਦਿਆਂ ਅਤੇ ਸ਼ਸਤਰ ਵਿਦਿਆ ਦਾ ਕਮਾਲ ਕਰਦਿਆਂ, ਕਿ ਜਦੋਂ ਜੰਗ ਜਿੱਤੀ ਗਈ ਅਤੇ ਗੁਰੂ ਸਾਹਿਬ ਨੇ ਦੀਵਾਨ ਲਾਇਆ ਕਿ ਗਦਗਦ ਹੋ ਕੇ ਜਿੱਥੇ ਬਾਕੀ ਜਰਨੈਲਾਂ ਅਤੇ ਸਿੰਘਾਂ ਨੂੰ, ਸਿੱਖਾਂ ਨੂੰ, ਸੇਵਕਾਂ ਨੂੰ ਇਨਾਮ ਦਿੱਤੇ, ਸ਼ਾਬਾਸ਼ ਦਿੱਤੀ, ਉੱਥੇ ਆਪਣੇ ਪੁੱਤਰ ਨੂੰ ਗਲ ਨਾਲ ਲਾ ਕੇ ਕਿਹਾ ਭਰੀ ਸੰਗਤ ਵਿੱਚ ਕਿ ਅੱਜ ਤੋਂ ਇਹਦਾ ਨਾਂ ਤਿਆਗਮੱਲ ਨਹੀਂ, ਇਹਦਾ ਨਾਂ ਤੇਗ ਬਹਾਦਰ ਹੈ, ਕਿਉਂਕਿ ਅੱਜ ਜਿਹੜੇ ਤੇਗ ਦੇ ਜੌਹਰ ਇਹਨਾਂ ਨੇ ਦਿਖਾਏ ਨੇ, ਅਸੀਂ ਤਾਂ ਗਦਗਦ ਹੋ ਗਏ। ਅਤੇ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਂ ਇਸ ਤਰ੍ਹਾਂ ਪਿਆ, ਤੇਗ ਬਹਾਦਰ, ਤੇਗ ਦਾ ਧਨੀ। ਇਹ ਸੀ ਭਗਤੀ ਅਤੇ ਸ਼ਕਤੀ ਦੇ ਗੁਣ, ਉਹਨਾਂ ਵਿੱਚ ਵੀ ਉਹੀ ਸਨ, ਮੀਰੀ ਅਤੇ ਪੀਰੀ ਦੇ। ਗੁਰੂ ਸਾਹਿਬ ਪ੍ਰਗਟ ਨਹੀਂ ਸੀ ਹੋਣਾ ਚਾਹੁੰਦੇ, ਉਹ ਬੰਦਗੀ ਵਿੱਚ ਲੀਨ ਰਹਿਣਾ ਚਾਹੁੰਦੇ ਸਨ। ਪਰ ਫਿਰ ਕੋਠੇ 'ਤੇ ਚੜ੍ਹ ਕੇ ਭਾਈ ਮੱਖਣ ਸ਼ਾਹ ਲੁਬਾਣਾ ਨੇ ਕਿਹਾ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਉਹ ਦੁਨੀਆ ਦੇ ਭੁਲੱਕੜ ਲੋਕੋ, ਸੱਚਾ ਗੁਰੂ ਲੱਭਿਆ, ਉਜੜ ਨਾ ਪਵੋ, ਗੁਰੂ ਦੇ ਚਰਨੀ ਪਵੋ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਫਿਰ ਗੁਰਗੱਦੀ 'ਤੇ ਸੁਭਾਇਮਾਨ ਹੋਏ। 5 ਪੈਸੇ 'ਤੇ ਨਾਰੀ ਰੱਖ ਕੇ ਉਹਨਾਂ ਦੀ ਗੁਰਗੱਦੀ ਦੀ ਰਸਮ ਹੋਈ ਅਤੇ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਗੁਰੂ ਦੇ ਰੂਪ ਵਿੱਚ ਕਾਰਜ ਕਰਨ ਲੱਗੇ। ਧਾਰਮਿਕ ਅਤੇ ਹੋਰ ਕਾਰਜ ਜਿਹੜੇ ਸੀ, ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਹਨਾਂ ਨੇ ਪੂਰੇ ਭਾਰਤ ਵਿੱਚ ਦੌਰੇ ਕੀਤੇ। ਅਸਾਮ ਤੱਕ ਗਏ, ਰਾਜਿਆਂ ਦੀ ਉੱਥੇ ਲੜਾਈ ਸੀ, ਉੱਥੇ ਸੁਲ੍ਹਾ ਜਾ ਕੇ ਕਰਵਾਈ। ਉੱਥੇ ਧੁਬੜੀ ਸਾਹਿਬ ਗੁਰਦੁਆਰਾ ਬਣਿਆ ਹੋਇਆ। ਰਾਜਾ ਉੱਥੋਂ ਦਾ ਬਹੁਤ ਗੁਰੂ ਸਾਹਿਬ ਦਾ ਸ਼ਰਧਾਲੂ ਸੀ। ਜਦੋਂ ਸ਼ਹੀਦੀ ਦਾ ਪਤਾ ਲੱਗਾ ਤਾਂ ਉਹ ਕਹਿੰਦੇ ਜ਼ਾਰੋ ਜ਼ਾਰ ਹੋਇਆ, ਉੱਥੋਂ ਦਾ ਅਸਾਮ ਦਾ ਰਾਜਾ। ਗੁਰੂ ਸਾਹਿਬ ਫਿਰ ਇੱਥੋਂ ਆਪਣੇ ਪਰਿਵਾਰ ਨੂੰ ਲੈ ਕੇ ਬਿਹਾਰ 'ਚ ਪਾਟਲੀਪੁੱਤਰ, ਜਿਹਦਾ ਨਾਂ ਹੁਣ ਪਟਨਾ ਹੈ, ਅਤੇ ਪਟਨਾ ਸਾਹਿਬ ਆਪਾਂ ਕਹਿੰਦੇ ਕਿਉਂਕਿ ਤਖਤ ਹੈ ਉਹ ਸਿੱਖਾਂ ਦਾ, ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਹੋਇਆ। ਤਹੀਂ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਪਉ ਲਿਓ। ਉੱਥੇ ਗੁਰੂ ਗੋਬਿੰਦ ਰਾਏ ਜੀ ਦੀ ਪਹਿਲਾ ਨਾਂ ਸੀ ਗੁਰੂ ਗੋਬਿੰਦ ਰਾਏ, ਗੋਬਿੰਦ ਰਾਏ। ਉੱਥੇ ਉਹਨਾਂ ਦਾ ਬਚਪਨ ਬੀਤਿਆ, ਉੱਥੇ ਉਹਨਾਂ ਦੀ ਤਾਲੀਮ ਹੋਈ, ਉੱਥੇ ਉਹਨਾਂ ਨੇ ਬਾਲ ਲੀਲਾਵਾਂ ਕੀਤੀਆਂ, ਉੱਥੇ ਉਹਨਾਂ ਦੀ ਮੁੱਢੀ ਵਿਦਿਆ
जो नशो नुमा उन्हों की परवरिश हुई। उतों फिर गुरु साहब वडेरा मिशन सी, फिर अपने परिवार नाल पंजाब आउंदे ने। पंजाब आके शिवालिक दीयां पहाड़ियां, जिहड़ा पहला हुशियारपुर जिले का हिस्सा सी, आनंदपुर साहब का इलाका, अजकल ये रोपड़ जिले में है। ये शिवालिक दीयां पहाड़ियां का इलाका उन्होंने बहुत पसंद आया जदों उन्होंने वेख चाह के। तो ये उन्होंने कहलूर के राजे तो एक होर राजा सी, उन्हें ये जमीन गुरु साहब को दे दी। एक ने पैसे लाए, एक ने शरधा सत्कार वजों दी। तो उस जमीन के उत्ते इहदा नाम सी पिंड दा माखोवाड़। पहला नाम सी माखोवाड़। गुरु साहब ने इत्थे जदों सेवा किया, ये अपनी पूज माता जी के नाम से इहदा नाम रखा चक नानकी। फिर जदों इहदा नाम गुरु गोबिंद सिंह साहब वेले तक श्री केसगढ़ आनंदपुर साहब प्रचलित होया, जिहड़ा हुण युगां तक यही नाम रहेगा, क्योंकि इत्थे खालसे की सिरजना हुई है। तो इतिहास ने एक ऐसी करवट लई जिहने हिंदुस्तान के लोगों को एक नवी जिंदगी दी। मैं कहना जे अज हिंदुस्तान जिउंदा है तो गुरु तेग बहादुर साहब की कुर्बानी करके जिउंदा है। हुण गल करिए कि कुर्बानी क्यों हुई। कुर्बानी इस करके हुई कि गुरु साहब तो सुलहकुल सन, बड़े वैराग की अवस्था च रहिंदे सन। उन्होंने सारी बाणी भी वैरागमई बाणी है। आप जी जदों पढ़ो उन्होंने 57 श्लोक तो शब्द गुरु ग्रंथ साहब च अंकित ने। गुरु गोबिंद सिंह साहब ने बाद में उन्होंने बाणी अंकित की है जदों गुरु साहब ने बीड़ लिखवाई है दमदम साहब तलवंडी साहबों 5वें तख्त, उत्थे शामिल करके गुरु ग्रंथ साहब को फिर संपूर्ण किया। तो उस गुरु ग्रंथ साहब को फिर गुरगद्दी दी। तक श्री हजूर साहब नंदेड़ चोला छड्डण तो पहला तो क्या कि शब्द गुरु है। ये गुरु नानक देव जी का संकल्प सी। शब्द गुरु सुरत तनचेला जो सीधा उन्होंने जवाब दिता, इनू फिर अमली रूप गुरु गोबिंद सिंह साहब ने दिता अपना चोला छड्डण तो पहला। ये सारे सिखां नूं शब्द गुरु दे लड़ लाया। शब्द गुरु पीरा गैर गंभीरा, शब्द गुरु पीरा गैर गहीरा, बिन शब्दे जग बौरान। तो इस तरह शब्द दे लड़ लाया। तो वो वैरागमई बाणी है गुरु साहब की। गुरु साहब का एक जिंदगी का असूल सी, भै काहू को देत न। ये श्लोक है उन्होंने, भै काहू को देत न पैमानत आन, कौ नानक ने मना ज्ञानी ताहे बखान। वही ज्ञानी है जिहड़ा ना किसी को भै दिंदा ते ना किसी का भै बर्दाश्त करता है, ना किसी को डराउंदा है, ना किसी तो डरदा है। औरंगजेब बड़ा कट्टर बादशाह सी, ते उहदे कोल पंडित किरपा राम की अगवाई हेठ कुछ कश्मीरी ब्राह्मण आए कि जी औरंगजेब साडा धर्म जबरदस्ती तब्दील, जे तो कोई अपनी मर्जी ना करे तो वही मर्जी है, जिहड़ा कोई मर्जी धर्म चुन सकता है, पर जबरदस्ती साडा ईमान बदल के सानू अपने धर्म के फोल्ड में लिया चाहता है, जबरदस्ती साडे जनेऊ लाउंदा है। देखो जिस जनेऊ नूं पहनण लई गुरु नानक देव जी ने पहले जामे अंदर ना की सी, उस तिलक ते जंजू की राखी ले गुरु गोबिंद सिंह साहब लिखते हैं, तिलक जंजू राखा प्रभतांका, कीनो बड़ो कलू मैं साका, साधन हेत इतिजन करी, शीस दिया पर सीना उचरी। उस तिलक ते जंजू की राखी ले गुरु तेग बहादुर साहब दिल्ली जाने लई तैयार हुए। गुरु गोबिंद राय जी खेडते खेडते आए, दीवान विच किरपा राम की बेनती सुनने उपरंत गुरु साहब सोचवान अवस्था में बैठे सन। गुरु तेग बहादुर साहब तो गुरु गोबिंद राय ने पूछा, पिता जी की गल आप डूंगी सोच विच हो। गुरु साहब ने कहना तो धर्म खतरे च है कि ये किसी महापुरुष की कुर्बानी की लोड़ है। तो सहज सुभाए बाल गोबिंद राय जी ने कहा, सच्चे पातशाह पिता जी हो, आप जी तो वड्डा महापुरुष कौन है। तो गुरु साहब गदगद हो गए कि उन्होंने भाप लिया कि ये अगलेरियाँ बहुत वड्डियां जिम्मेवारियां संभालन दे, ये मेरा सुपुत्र पूर्ण तौर पर समर्थ है, ये बहुत वधिया अगवाई देगा सिख पंथ नूं। उन्होंने दिल्ली जाने का फैसला किया। आगरे भी गए, राज प्रचार करते गए। आगरे तो उन्होंने मुखबरी करके गिरफ्तार करवा दिता गया। उन्होंने नाल भाई दयाला जी, भाई मती दास जी ते भाई सती दास जी वर्गे सिख जिहड़े सन, अनंत सिख भाई जेता जी भी नाल ही सन। भाई जेता जी 2 बारी गए तो 2 बारी वापस आए, सीस भी वही लैके आए, जिसका संस्कार गुरु गोबिंद सिंह साहब ने इत्थे कीता। धड़ दा संस्कार जिहड़ा सी शहीदी तो उपरंत जिहड़ा सी भाई लखी शाह मुड़जारा ने किया।
ਆਪਣੇ ਘਰ ਨੂੰ ਅੱਗ ਲਾ ਕੇ ਮਹਿਲਨੁਮਾ ਘਰ ਸੀ। ਦੇਖੋ ਇਹੋ ਜਿਹੇ ਗੁਰੂ ਕੇ ਸਿੱਖ ਹੋਏ ਨੇ ਨਿਰਭੈ, ਗੁਰੂ ਦੇ ਉਸ ਉਪਦੇਸ਼ 'ਤੇ ਚੱਲਣ ਲਈ ਭੈ ਕਾਹੂ ਕੋ ਦੇਤ ਨੇ ਨਹਿ ਪੈਮਾਨਤ ਆਨ। ਉੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਹੈ, ਪਾਰਲੀਮੈਂਟ ਹਾਊਸ ਜਿਹੜਾ ਪੁਰਾਣਾ ਸੀ ਉਹਦੇ ਬਿਲਕੁਲ ਲਾਗੇ ਹੈ। ਬਹੁਤ ਆਲੀਸ਼ਾਨ ਗੁਰਦੁਆਰਾ ਹੈ ਕਿ ਜਿੱਥੇ ਗੁਰੂ ਸਾਹਿਬ ਠਹਿਰੇ ਸਨ, ਗੁਰੂ ਹਰਕ੍ਰਿਸ਼ਨ ਸਾਹਿਬ, ਉੱਥੇ ਬੰਗਲਾ ਸਾਹਿਬ ਹੈ ਕਿ ਇਹ ਉਹ 8ਵੀਂ ਪਾਤਸ਼ਾਹੀ ਦਾ ਗੁਰਦੁਆਰਾ ਹੈ, ਇਹ 9ਵੇਂ ਪਾਤਸ਼ਾਹ ਦਾ ਗੁਰਦੁਆਰਾ ਹੈ। ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਕਿ ਜਿੱਥੇ ਉਹਨਾਂ ਦਾ ਸ਼ਹੀਦੀ ਦਾ ਬਰਤਾਂਤ ਵਾਪਰਿਆ ਉਹ ਹੈ ਗੁਰਦੁਆਰਾ ਸੀਸਗੰਜ ਸਾਹਿਬ, ਚਾਂਦਨੀ ਚੌਕ, ਪੁਰਾਣੀ ਦਿੱਲੀ ਵਿੱਚ ਪੈਂਦਾ ਹੈ। ਹਜ਼ਾਰਾਂ ਲੱਖਾਂ ਸ਼ਰਧਾਲੂ ਕੁੱਲ ਦੁਨੀਆ ਤੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਕੀਦਤ ਦੇ ਫੁੱਲ ਭੇਟ ਕਰਨ ਆਉਂਦੇ ਨੇ। ਦੇਖੋ ਗੁਰੂ ਸਾਹਿਬ ਦੇ ਸਾਹਮਣੇ ਭਾਈ ਦਿਆਲ ਦਾਸ ਜੀ ਨੂੰ, ਭਾਈ ਮਤੀ ਦਾਸ ਜੀ ਨੂੰ, ਭਾਈ ਸਤੀ ਦਾਸ ਜੀ ਨੂੰ ਬਹੁਤ ਅਜ਼ੀਅਤ ਭਰੇ, ਬੜੇ ਤਸ਼ੱਦਦ ਭਰੇ ਦੌਰ ਵਿੱਚੋਂ ਲੰਘਾ ਕੇ ਸ਼ਹੀਦ ਕੀਤਾ ਗਿਆ। ਬੜੇ ਜ਼ੁਲਮ ਕੀਤੇ ਗਏ ਔਰ ਉਹਨਾਂ ਨੇ ਕਿਹਾ ਸਾਡਾ ਮੁੱਖ ਗੁਰੂ ਵੱਲ ਹੋਵੇ। ਤੁਹਾਨੂੰ ਗੁਰੂ ਕੇ ਸਿੱਖ ਨੇ। ਗੁਰੂ ਸਾਹਿਬ ਨੂੰ ਕੋਈ ਚੀਜ਼ ਡੁਲਾ ਸਕਦੀ ਸੀ? ਕਿਤੇ ਕੋਈ ਨਹੀਂ ਸੀ ਡੁਲਾ ਸਕਦੀ। ਆਪਣੇ ਪਿਆਰੇ ਸਿੱਖਾਂ ਦੀਆਂ ਕੁਰਬਾਨੀਆਂ ਜਦੋਂ ਹੁੰਦੀਆਂ ਦੇਖੀਆਂ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸ਼ਾਇਦ ਗੁਰੂ ਸਾਹਿਬ 'ਤੇ ਕੋਈ ਅਸਰ ਪਿਆ ਹੋਵੇਗਾ। ਗੁਰੂ ਸਾਹਿਬ ਤੁਹਾਡੇ ਮੂਹਰੇ ਆਪਸ਼ਨ ਰੱਖਦੇ ਹੈ, ਤੁਹਾਡੇ ਮੂਹਰੇ ਪੇਸ਼ਕਸ਼ ਹੈ ਕਿ ਜਾਂ ਤਾਂ ਆਪਣਾ ਧਰਮ ਤਬਦੀਲ ਕਰ ਲਓ ਅਤੇ ਜਾਂ ਮਰਨ ਲਈ ਤਿਆਰ ਹੋ ਜਾਓ, ਸ਼ਹਾਦਤ ਦੇਣ ਲਈ। ਗੁਰੂ ਸਾਹਿਬ ਨੇ ਕਿਹਾ ਅਸੀਂ ਸ਼ਹਾਦਤ ਦੇਣ ਲਈ ਬਿਲਕੁਲ ਤਿਆਰ ਬਰ ਤਿਆਰ ਹਾਂ। ਬੜੇ ਸ਼ਾਂਤ ਸੁਭਾਅ 'ਚ ਆਖਿਆ। ਕਾਜ਼ੀ ਨੇ ਫਤਵਾ ਦਿੱਤਾ ਕਿ ਜਲਾਦ ਨੇ ਗੁਰੂ ਸਾਹਿਬ ਦਾ ਪਾਵਨ ਸੀਸ ਧੜ ਤੋਂ ਅਲੱਗ ਕਰ ਦਿੱਤਾ ਅਤੇ ਗੁਰੂ ਸਾਹਿਬ ਦੀ ਜੋਤ ਜਿਹੜੀ ਸੀ ਉਹ ਮਹਾਜੋਤ ਵਿੱਚ ਜਾ ਰਲੀ। ਇਹ ਸੀ ਅਜ਼ੀਮ ਕੁਰਬਾਨੀ। ਮੈਂ ਸਮਝਦਾ ਹਾਂ ਕਿ ਜਿਹੜਾ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ, ਇਹ ਅਸਲ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੋ ਗੱਲਾਂ ਨੇ। ਇੱਕ ਤਾਂ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹਿੰਦ ਦੀ ਚਾਦਰ। ਮੈਂ ਸਮਝਦਾ ਕਿ ਗੁਰੂ ਸਾਹਿਬ ਅਸਲੀ ਮਾਨਵ ਵਿੱਚ ਧਰਮ ਦੀ ਚਾਦਰ ਸਨ। ਇਹ ਨਹੀਂ ਕਿ ਬ੍ਰਾਹਮਣਾਂ ਦੇ ਜਾਂ ਉਹਨਾਂ ਕਸ਼ਮੀਰੀ ਪੰਡਤਾਂ ਦੇ ਕਰਕੇ ਕੁਰਬਾਨੀ ਦਿੱਤੀ ਹੈ। ਜੇ ਮੁਸਲਮਾਨਾਂ ਨਾਲ ਵੀ ਇਸ ਤਰ੍ਹਾਂ ਕੋਈ ਵਿਤਕਰਾ ਕਰਦਾ ਹੁੰਦਾ ਜਾਂ ਕਿਸੇ ਹੋਰ ਧਰਮ ਨਾਲ ਵੀ ਕਰਦਾ ਹੁੰਦਾ ਤੇ ਨਿਸ਼ਚੇ ਹੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੀ ਬਾਂਹ ਵੀ ਫੜਦੇ, ਉਹਨਾਂ ਦੀ ਕੁਰਬਾਨੀ ਕਰਦੇ। ਇਸ ਕਰਕੇ ਉਹਨਾਂ ਨੂੰ ਧਰਮ ਦੀ ਚਾਦਰ ਕਿਹਾ ਜਾਣਾ ਜ਼ਿਆਦਾ ਉਚਿਤ ਹੋਵੇਗਾ। ਦੂਸਰਾ ਜਿਹੜਾ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ, UN ਮਨਾਉਂਦੀ ਹੈ, ਅਸਲ ਵਿੱਚ ਕੁੱਲ ਦੁਨੀਆ ਦੇ ਜਿਹੜੇ ਫਲਾਸਫਰ ਨੇ ਜਿਨ੍ਹਾਂ ਨੂੰ ਇਤਿਹਾਸ ਦਾ ਗਿਆਨ ਹੈ ਉਹ ਵੀ ਇਹ ਗੱਲ ਕਹਿੰਦੇ ਰਹਿੰਦੇ ਨੇ ਕਿ ਅਸਲ ਵਿੱਚ ਇਹ ਦਿਹਾੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਗੁਰਪੁਰਬ ਵਾਲੇ ਦਿਨ ਡਿਕਲੇਅਰ ਕਰਨਾ ਚਾਹੀਦਾ ਕਿ ਮਨੁੱਖੀ ਅਧਿਕਾਰਾਂ ਦੀ, ਆਪਣੇ ਧਰਮ ਦੀ ਆਜ਼ਾਦੀ ਲਈ, ਵਿਚਾਰਾਂ ਦੇ ਪ੍ਰਗਟਾਵੇ ਦੀ ਸੁਤੰਤਰਤਾ ਲਈ ਜੇ ਕਿਸੇ ਨੇ ਆਪਣੇ ਆਪ ਕੁਰਬਾਨੀ ਦਿੱਤੀ ਅੱਗੇ ਆ ਕੇ, ਤੇ ਉਹ ਕੁੱਲ ਦੁਨੀਆ ਵਿੱਚ ਕੇਵਲ ਤੇ ਕੇਵਲ 9ਵੇਂ ਪਾਤਸ਼ਾਹ ਵੈਰਾਗ ਦੀ ਮੂਰਤ, ਤਿਆਗ ਦੀ ਮੂਰਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ। ਗੁਰੂ ਤੇਗ ਬਹਾਦਰ ਸਾਹਿਬ ਦਾ ਫਿਰ ਸੀਸ ਭਾਈ ਜੇਤਾ ਜੀ ਲੈ ਕੇ ਆਏ। ਉਹਨਾਂ ਦਾ ਸੰਸਕਾਰ ਫਿਰ ਅਨੰਦਪੁਰ ਸਾਹਿਬ 'ਚ ਕੀਤਾ ਗਿਆ ਔਰ ਉੱਥੇ ਗੁਰਦੁਆਰਾ ਸੀਸਗੰਜ ਸਾਹਿਬ ਉੱਥੇ ਵੀ ਸ਼ੋਭਾਇਮਾਨ ਹੈ ਉਹਨਾਂ ਦੀ ਯਾਦ ਵਿੱਚ। ਤੇਗ ਬਹਾਦਰ ਕੇ ਚਰਤ ਪਇਓ ਜਗਤ ਕੋ ਸ਼ੋਕ ਹੈ ਸਭ ਜਗ ਪਇਓ ਜੈ 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 ਸੁਰਲੋਕ। ਠੀਕਰ ਫੋਰ ਦਲੀ ਸਿਰ, ਦਿੱਲੀ ਦੇ ਜ਼ਾਲਮ ਬਾਦਸ਼ਾਹ ਦੇ ਸਿਰ 'ਤੇ ਆਪਣੇ ਜਿਸਮ ਦਾ ਠੀਕਰਾ ਭੰਨ ਕੇ, ਇਹਦਾ ਅਰਥ ਇਹ ਹੈ ठीकर फोर दलीसर प्रपुर किया प्यान, तेग बहादुर सी क्रिया करी न किन्हू आन। तेग बहादुर के चलत भयो जगत को शोक, है सक जग भयो जय 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 सुरलोक। तिन्हों लोगों में गुरु तेग बहादुर साहब की जय जयकार हुई। इस तरह धर्म हित साका जन किया, शीस दिया पर सिर न दिया। सिर ते कायम रहते हुए गुरु तेग बहादुर साहब ने मुल्की अधिकारों की आज़ादी लई, धार्मिक विचारों की आज़ादी लई जो कुर्बानी दी, उसकी इतिहास मिसाल भालनी बहुत मुश्किल है। गुरु तेग बहादुर साहब के पावन शहीदी पुरब के मौके पर असी उन्होंने नतमस्तक होंदे हुए इस एपीसोड नूं उन्होंने शरधा सुमन भेंट करते हुए इत्थे ही समाप्त करने की तुहाडे तों आग्या चाहुंदे हां। बहुत बहुत धन्यवाद।